ਹੈਲੋ एवरीवन। सो ਅਸੀਂ ਕਰ ਰਹੇ ਸੀ ਥਰਮੋਡਾਇਨਾਮਿਕਸ। ਉਹਦੇ ਵਿੱਚ ਜੋ ਨੈਕਸਟ ਟੌਪਿਕ ਹੈ ਦੈਟ ਇਜ਼ ਐਡੀਆਬੈਟਿਕ ਡੀਮੈਗਨੇਟਾਈਜੇਸ਼ਨ, ਥਰਮੋਮੈਗਨੈਟਿਕ ਇਫੈਕਟ ਔਰ ਮੈਗਨੈਟੋ ਕੈਲੋਰਿਕ ਇਫੈਕਟ। ਇਹ ਵੀ ਸਾਡੇ ਸਿਲੇਬਸ ਦੇ ਵਿੱਚ ਸਪੈਸ਼ਲ ਮੈਂਸ਼ਨ ਹੈਗਾ। ਠੀਕ ਹੈ, ਬਹੁਤ ਜ਼ਿਆਦਾ ਈਜ਼ੀ ਹੈਗਾ ਆ। ਮਤਲਬ ਇੱਕ ਸਿੰਪਲ ਥਿਊਰੀ ਵਾਲਾ ਟੌਪਿਕ ਹੈਗਾ ਆ, ਇੱਕ ਇਕੁਏਸ਼ਨ ਆ, ਬਸ ਥਿਊਰੀ ਸਮਝਣੀ ਹੈ। ਬਹੁਤ ਜ਼ਿਆਦਾ ਈਜ਼ੀ ਹੈਗਾ। ਦੇਖਦੇ ਹਾਂ एटम ऑफ पैरामैग्नेटिक सबस्टांस। फस्ट ऑफ ऑल व्हाट आर द पैरामैग्नेटिक सबस्टांस। किहड़े हुंदे पैरामैग्नेटिक सबस्टांस? ਜਿਹੜੇ ਵੀਕਲੀ ਅਟਰੈਕਟ ਹੁੰਦੇ ਬਾय द मैगनेटिक फील्ड, ਜਿਨ੍ਹਾਂ ਨੂੰ ਮੈਗਨੈਟਿਕ ਫੀਲਡ ਆਪਣੇ ਵੱਲ ਵੀਕਲੀ ਕਰਦਾ ਖਿੱਚਦਾ ਆ, ਹਨਾ। ਆਪਾਂ ਕੈਮਿਸਟਰੀ ਚ ਵੀ ਕੀਤੇ ਸੀਗੇ। ਤਿੰਨ ਤਰ੍ਹਾਂ ਦੇ ਹੁੰਦੇ, ਡਾਇਆ, ਪੈਰਾ ਐਂਡ ਫੈਰੋਮੈਗਨੈਟਿਕ। ਡਾਇਆ ਹੁੰਦੇ ਜਿਹੜੇ ਰਿਪੈਲ ਹੁੰਦੇ ਮੈਗਨੈਟਿਕ ਫੀਲਡ ਤੋਂ, ਪੈਰਾ ਵੀਕਲੀ ਅਟਰੈਕਟ ਹੁੰਦੇ ਆ, ਜਿਹੜੇ ਫੈਰੋ ਹੁੰਦੇ ਆ ਉਹ ਬਹੁਤ ਜ਼ਿਆਦਾ ਸਟਰੋਂਗਲੀ ਅਟਰੈਕਟ ਹੁੰਦੇ, ਲਾਈਕ ਕੋਬਾਲਟ ਐਂਡ ਆਇਰਨ। ਠੀਕ ਹੈ, ਉਹ ਫੈਰੋ ਚਲ ਜਾਂਦੇ ਆ। ਨੈਕਸਟ ਇਹਦੇ ਵਿੱਚ ਕਰਦੇ ਆਪਾਂ ਦ ਐਟਮ ਆਫ ਪੈਰਾਮੈਗਨੈਟਿਕ ਸਬਸਟੈਂਸ ਬਿਹੇਵ ਲਾਈਕ ਅ ਸਮਾਲ ਮੈਗਨੇਟ ਔਰ ਮੈਗਨੈਟਿਕ ਡਾਈਪੋਲ। ਜਿਹੜੇ ਹੁੰਦੇ ਨਾ ਐਟਮ ਪੈਰਾਮੈਗਨੈਟਿਕ ਸਬਸਟੈਂਸ ਦੇ, ਉਹ ਕਿੱਦਾਂ ਬਿਹੇਵ ਕਰਦੇ? ਲਾਈਕ ਸਮਾਲ ਮੈਗਨੇਟ ਜਿੱਦਾਂ ਹੁੰਦੀਆਂ, ਜਾਂ ਫਿਰ ਮੈਗਨੈਟਿਕ ਡਾਈਪੋਲ ਹੁੰਦੇ, ਉੱਦਾਂ ਬਿਹੇਵ ਕਰਦੇ ਆ। ਐਂਡ ਦੇ ਆਰ ਰੈਂਡਮਲੀ ਡਾਇਰੈਕਟਡ ਐਂਡ ਦ ਨੈਟ ਮੈਗਨੈਟਿਕ the magnetic dipole in general are randomly direct। ਹੁਣ ਜਿਹੜੇ ਸਾਰੇ ਮੈਗਨੈਟਿਕ ਡਾਈਪੋਲ ਉਹਦੇ ਅੰਦਰ ਆ ਉਹ ਰੈਂਡਮਲੀ ਡਾਇਰੈਕਟ ਹੁੰਦੇ, ਕੋਈ ਇੱਧਰ ਨੂੰ ਕੋਈ ਇੱਧਰ ਨੂੰ, ਮਤਲਬ ਸਾਰੇ ਰੈਂਡਮਲੀ ਆਪ ਡਾਈਪੋਲਸ ਡਾਇਰੈਕਟ ਹੈਗੇ ਆ। ਠੀਕ ਆ, ਤੇ ਉਹਨਾਂ ਦਾ ਨੈਟ ਜਿਹੜਾ ਮੈਗਨੈਟਿਕ ਮੂਵਮੈਂਟ ਆ ਉਹ ਜ਼ੀਰੋ ਹੋ ਜਾਂਦਾ, ਕੈਂਸਲ ਆਊਟ ਹੋ ਜਾਂਦਾ। ਬਟ ਜੇ ਆਪਾਂ ਇਹਨਾਂ ਨੂੰ ਪਲੇਸ ਕਰ ਦਈਏ ਕਿਸੇ ਪੈਰਾਮੈਗਨੈਟਿਕ ਸਬਸਟੈਂਸ ਨੂੰ ਐਕਸਟਰਨਲ ਮੈਗਨੈਟਿਕ ਫੀਲਡ ਦੇ ਵਿੱਚ, ਤਾਂ ਹੁੰਦਾ ਕਿ ਇਹ ਜਿਹੜੇ ਸਾਰੇ ਮੈਗਨੈਟਿਕ ਆ ਨਾ, ਜਿਹੜੇ ਆ ਮੈਗਨੈਟਿਕ ਡਾਈਪੋਲਸ ਹੈਗੇ ਆ, ਇਹ ਆਪਣੇ ਆਪ ਨੂੰ ਅਲਾਈਨ ਕਰਦੇ ਆ ਇੱਕ ਖਾਸ ਡਾਇਰੈਕਸ਼ਨ ਦੇ ਵਿੱਚ, ਕਿੱਧਰ ਨੂੰ, ਜਿੱਧਰ ਨੂੰ ਤੁਸੀਂ ਮੈਗਨੈਟਿਕ ਫੀਲਡ ਅਪਲਾਈ ਕਰ ਰਹੇ ਆ। If we place the paramagnetic substance in the external field or try to magnetize it, the close chain formed by the magnetic dipole are broken। ਤੇ ਸਾਰੇ ਜਿਹੜੇ ਮੈਗਨੈਟਿਕ ਡਾਈਪੋਲ ਆ ਉਹ ਲਾਈ ਹੋ ਜਾਂਦੇ along the direction of external magnetic field। ਸਾਰੇ ਤਾਂ ਪਹਿਲਾਂ ਰੈਂਡਮਲੀ ਡਾਇਰੈਕਟ ਹੁੰਦੇ, ਬਟ ਜਦੋਂ ਤੁਸੀਂ ਬਾਹਰੋਂ ਮੈਗਨੈਟਿਕ ਫੀਲਡ ਦਿੱਤਾ, ਇਹ ਕੀ ਹੋਣੇ, ਸਾਰੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਵੱਲ ਨੂੰ ਕੀ ਹੋ ਜਾਣੇ ਆ, ਆਪਣੇ ਆਪ ਨੂੰ ਇਹਨਾਂ ਨੇ ਇੱਕ ਡਾਇਰੈਕਸ਼ਨ ਦੇ ਵਿੱਚ ਕੀ ਕਰ ਲੈਣਾ, ਅਲਾਈਨ ਕਰ ਲੈਣਾ, ਜਿੰਨੇ ਵੀ ਅੰਦਰ ਮੈਗਨੈਟਿਕ ਡਾਈਪੋਲਸ ਹੈਗੇ ਆ। ਕਲੀਅਰ? The work done in, ਉਹਨਾਂ ਨੇ ਸਾਰੀਆਂ ਪਹਿਲਾਂ ਚੇਨਸ ਵੀ ਤੋੜੀਆਂ ਨਾ। ਹੁਣ work done in breaking the chain or in reorganize the magnetic dipole is stored in the sample of heat energy। ਹੁਣ ਜਿਹੜਾ ਉਸ ਚੇਨਸ ਨੂੰ ਤੋੜ ਕੇ ਇਹਨਾਂ ਨੇ ਆਪਣੇ ਆਪ ਨੂੰ ਇੱਕ ਡਾਇਰੈਕਸ਼ਨ ਦੇ ਵਿੱਚ ਕੀਤਾ, ਸਾਰਿਆਂ ਨੇ ਲਾਈਨ, ਹਨਾ, ਉਹਲੀ ਕੋਈ ਵਰਕ ਡਨ ਵੀ ਹੋਇਆ, ਉਹ ਵਰਕ ਡਨ ਸਟੋਰਡ ਹੁੰਦਾ ਐਜ਼ ਅ ਹੀਟ ਐਨਰਜੀ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਮੈਂ ਦੱਸਿਆ ਜਿਹੜੇ ਪੈਰਾਮੈਗਨੈਟਿਕ ਸਬਸਟੈਂਸ ਆ ਉਹਦੇ ਜਿਹੜੇ ਐਟਮ ਆ ਉਹ ਕਿੱਦਾਂ ਬਿਹੇਵ ਕਰਦੇ, ਲਾਈਕ ਸਮਾਲ ਮੈਗਨੇਟਸ ਕਹਿ ਲਓ ਜਾਂ ਮੈਗਨੈਟਿਕ ਡਾਈਪੋਲਸ ਕਹਿ ਲਓ। ਠੀਕ ਹੈ, ਇਹ ਸਾਰੇ ਰੈਂਡਮਲੀ ਡਾਇਰੈਕਟ ਹੁੰਦੇ ਆ, ਤੇ ਨੈਟ ਜਿਹੜਾ ਮੈਗਨੈਟਿਕ ਮੂਵਮੈਂਟ ਆ ਉਹ ਕਿਸੇ ਪੀਸ ਦਾ ਫਿਰ ਕੀ ਹੋ ਜਾਂਦਾ, ਜ਼ੀਰੋ ਹੋ ਜਾਂਦਾ। ਬਟ ਜਦੋਂ ਆਪਾਂ ਇਹਨੂੰ ਐਕਸਟਰਨਲ ਮੈਗਨੈਟਿਕ ਫੀਲਡ ਦਿੱਤਾ, ਇਹ ਸਾਰਿਆਂ ਨੇ ਕੀ ਕੀਤਾ, ਆਪਣੇ ਆਪ ਨੂੰ ਇੱਕ ਡਾਇਰੈਕਸ਼ਨ ਦੇ ਵਿੱਚ ਅਲਾਈਨ ਕਰ ਲਿਆ, ਤੇ ਕਿੱਦਾਂ ਨੂੰ, ਅਲੋਂਗ ਦਾ ਡਾਇਰੈਕਸ਼ਨ ਆਫ ਐਕਸਟਰਨਲ ਮੈਗਨੈਟਿਕ ਫੀਲਡ। ਕਿੱਦਾਂ ਕੀਤਾ? ਇਹਨੇ ਜਿਹੜੀਆਂ ਕਲੋਜ਼ ਚੇਨ ਬਣਾਈਆਂ ਸੀ ਉਹ ਤੋੜ ਦਿੱਤੀਆਂ, ਤੋੜ ਕੇ ਸਾਰਿਆਂ ਨੇ ਇੱਕ ਪਾਸੇ ਨੂੰ ਆਪਣੇ ਆਪ ਨੂੰ ਅਲਾਈਨ ਕਰ ਲਿਆ। ਤੇ ਉਹਨੂੰ ਅਲਾਈਨ ਕਰਨ 'ਚ ਜਿਹੜਾ ਵਰਕ ਡਨ ਹੋਇਆ, ਹਨਾ, ਮਤਲਬ ਕਿ ਪਹਿਲਾਂ ਚੇਨਸ ਤੋਂ ਬੜੀਆਂ, ਫਿਰ ਰੀਆਰਗੇਨਾਈਜ਼ ਕੀਤਾ ਸਾਰੇ ਮੈਗਨੈਟਿਕ ਡਾਈਪੋਲਸ ਨੂੰ, ਤੇ ਉਹ ਕੋਈ ਵਰਕ ਡਨ ਤਾਂ ਹੋਇਆ, ਵਰਕ ਡਨ ਸਟੋਰ ਹੋਇਆ ਇਨ ਦੀ ਫਾਰਮ ਆਫ ਹੀਟ ਐਨਰਜੀ। ਜੇ ਇਹ ਪ੍ਰੋਸੈਸ ਜਿਹੜਾ ਅਕਰ ਹੋਵੇ ਐਡੀਆਬੈਟਿਕਲੀ ਮਤਲਬ ਹੀਟ ਕਾਂਸਟੈਂਟ ਰੱਖ ਕੇ, ਇਫ ਦਾ ਪ੍ਰੋਸੈਸ ਅਕਰ ਐਡੀਆਬੈਟਿਕਲੀ ਦਾ ਸੈਂਪਲ ਆਫ ਪੈਰਾਮੈਗਨੈਟਿਕ ਸਬਸਟੈਂਸ ਗੈਟ ਹੀਟਡ। ਉਹਨਾਂ ਨਾਲ ਕੀ ਹੁੰਦਾ, ਇਹ ਜਿਹੜੇ ਸੈਂਪਲ ਹੋ ਗਏ ਨਾ, ਮਤਲਬ ਪੈਰਾਮੈਗਨੈਟਿਕ ਸਬਸਟੈਂਸ ਜਿਹੜਾ ਹੋਊਗਾ ਉਹ ਕੀ ਹੋਊਗਾ, ਹੀਟ ਹੋ ਜਾਊਗਾ। ਜਿਹੜਾ ਤੁਸੀਂ ਕੋਈ ਵੀ ਪੈਰਾਮੈਗਨੈਟਿਕ ਸਬਸਟੈਂਸ ਲੈ, ਜੇ ਮੈਂ ਪ੍ਰੋਸੈਸ ਨੂੰ ਐਡੀਆਬੈਟਿਕਲੀ ਕਰਾਵਾਂ, ਇਹਨੂੰ ਆਪਾਂ ਬੋਲਦੇ ਹਾਂ ਥਰਮੋਮੈਗਨੈਟਿਕ ਇਫੈਕਟ। ਥਰਮੋ ਮਤਲਬ ਹੀਟ ਪੈਦਾ ਹੋ ਗਈ, ਮੈਗਨੈਟਿਕ ਮਤਲਬ ਮੈਗਨੈਟਿਕ ਫੀਲਡ ਦੇ ਕਾਰਨ, ਥਰਮੋਮੈਗਨੈਟਿਕ ਇਫੈਕਟ ਜਾਂ ਮੈਗਨੈਟੋ ਕੈਲੋਰਿਕ ਇਫੈਕਟ। ਠੀਕ ਹੈ, ਇਹ ਦਿੱਤੀ ਸਾਨੂੰ ਥਿਊਰੀ ਸੀਗੀ ਲੈਂਗੀਵਿਨਸ ਨੇ। ਠੀਕ ਹੈ, ਇਹਨੂੰ ਆਪਾਂ ਲੈਂਗੀਵਿਨਸ ਥਿਊਰੀ ਆਫ ਪੈਰਾਮੈਗਨੈਟਿਜ਼ਮ ਵੀ ਕਹਿੰਦੇ। If the paramagnetic substance is adiabatically demagnetized, the heat energy from within the sample is used to put the magnetic dipole in the random order and the substance get cooled। ਹੁਣ ਜੇ ਮੈਂ ਕੀ ਕਰਾਂ, ਉਹੀ ਪੈਰਾਮੈਗਨੈਟਿਕ ਸਬਸਟੈਂਸ ਨੂੰ ਐਡੀਆਬੈਟਿਕਲੀ ਮੈਗਨੇਟਾਈਜ਼ ਕਰਨ ਦੀ ਜਗ੍ਹਾ ਐਡੀਆਬੈਟਿਕਲੀ ਹੁਣ ਡੀਮੈਗਨੇਟਾਈਜ਼ ਕਰ ਦੇਵਾਂ। ਡੀਮੈਗਨੇਟਾਈਜ਼ ਮਤਲਬ ਮੈਗਨੈਟਿਕ ਫੀਲਡ ਹਟਾ ਦੇਵਾਂ। ਦਾ ਹੀਟ એનર્ਜੀ ਜਿਹੜੀ ਆ ਹੁਣ ਉਸ ਸੈਂਪਲ ਦੇ ਵਿੱਚੋਂ ਉਹ ਯੂਜ਼ ਹੋਏਗੀ ਉਹ ਮੈਗਨੈਟਿਕ ਡਾਈਪੋਲਸ ਨੂੰ ਫਿਰ ਰੈਂਡਮ ਆਰਡਰ ਦੇ ਵਿੱਚ ਲਿਆਉਣ ਲਈ। ਪਹਿਲਾਂ ਕੀ ਕੀਤਾ ਸੀ ਆਪਾਂ, ਪਹਿਲਾਂ ਸਾਰੇ ਰੈਂਡਮ ਸੀਗੇ, ਹਨਾ। ਰੈਂਡਮ ਤੋਂ ਆਪਾਂ ਕੀ ਕੀਤਾ, ਉਹਨੂੰ ਮੈਗਨੈਟਿਕ ਫੀਲਡ ਪ੍ਰੋਵਾਈਡ ਕਰਕੇ, ਮਤਲਬ ਮੈਗਨੇਟਾਈਜ਼ ਕੀਤਾ, ਮੈਗਨੇਟਾਈਜ਼ ਕਰਨ ਨਾਲ ਉਹ ਸਾਰੇ ਇੱਕ ਡਾਇਰੈਕਸ਼ਨ ਦੇ ਵਿੱਚ ਆਰਡਰਲੀ ਅਰੇਂਜਮੈਂਟ ਹੋ ਗਈ, ਹਨਾ, ਜਿਹਦੇ ਨਾਲ ਉਹ ਸਬਸਟੈਂਸ ਕੀ ਹੋ ਗਿਆ, ਐਡੀਆਬੈਟਿਕਲੀ ਜੇ ਕਰਦੇ ਹੋ ਹੀਟ ਹੋ ਗਿਆ। ਬਟ ਜੇ ਮੈਂ ਉਹਨੂੰ ਡੀਮੈਗਨੇਟਾਈਜ਼ ਕਰ ਦਿੱਤਾ, ਉੱਥੇ ਜਿਹੜੀ ਉਹ ਸਾਰੀ એનર્ਜੀ ਸੀ ਉਹ ਯੂਜ਼ ਹੋ ਗਈ ਇਹਨਾਂ ਨੂੰ ਵਾਪਸ ਰੈਂਡਮ ਆਰਡਰ ਦੇ ਵਿੱਚ ਲਿਆਉਣ ਲਈ, ਹਨਾ, ਜਿਸ ਕਰਕੇ ਸਬਸਟੈਂਸ ਮੁੜ ਕੇ ਕੀ ਹੋ ਗਿਆ, ਕੂਲ ਹੋ ਗਿਆ। ਦਿਸ ਪ੍ਰੋਸੈਸ ਕੈਨ ਬੀ ਯੂਜ਼ ਟੂ ਪ੍ਰੋਡਿਊਸ ਵੈਰੀ ਲੋ ਟੈਂਪਰੇਚਰ। ਅਸੀਂ ਬਹੁਤ ਲੋ ਟੈਂਪਰੇਚਰ, ਆਰਡਰ 0.01 ਕੈਲਵਿਨ, ਬਹੁਤ
ठीक है। लो टैंपरेचर ईवन लोअर दैन दैट, इस तो भी लोअर जो टैंपरेचर बना सकते। देखो मतलब कितना घट टैंपरेचर बना ली ये वाला जो प्रोसैस है यूज किया जा सकता है। क्लीयर। नेक्स्ट है द एक्सटेंड टू विच पैरामैग्नेटिक सबस्टांस कैन बी मैग्नेटाइज बाय द गिवन मैग्नेटिक फील्ड इज मेजर्ड इन टर्म ऑफ द करैक्टरिस्टिक्स कॉल्ड मैग्नेटिक सस्कैप्टिबिलिटी। हुण आपां की कीता सी उस पैरामैग्नेटिक सबस्टांस नूं मैग्नेटाइज कीता सी, किद्दां मैग्नेटाइज कीता सी बाहरों मैग्नेटिक फील्ड दे के। हुण किन्ना उहनूं मैग्नेटाइज कीता जांदा उहनूं बोलदे किन्ना कीता जा सकदा, मतलब किन्ना मैग्नेटाइज हो सकदा कोई पैरामैग्नेटिक सबस्टांस जिहनूं आपां मैग्नेटिक फील्ड दिंदे आ उहनूं आपां बोलदे आ किस टर्म च मापदे आ मैग्नेटिक सस्कैप्टिबिलिटी। ठीक है। ये हुंदी की आ रेशो ऑफ इंटेंसिटी ऑफ मैग्नेटाइजेशन, मतलब कितनी इंटेंसिटी आ ऑफ सैंपल टू दी मैग्नीट्यूड ऑफ मैग्नेटाइज्ड फील्ड, कितना मैग्नेटिक फील्ड दे रहे हो। ठीक है। इनू आपां इना डोनेट करते हैं, इनू असीं काई भी बोल दिंदे हैं। ठीक है। दिस इज द मैग्नेटिक सस्कैप्टिबिलिटी दा साइन। हुण जिन्नी हायर द वैल्यू ऑफ मैग्नेटिक सस्कैप्टिबिलिटी जिन्नी ज्यादा होएगी तो उन्नी ज्यादा की होएगा एक्सटेंड टू विच मतलब कि क्योंकि डेफिनेशन ही की कह रही सी, ये दसदी की है सानू कि किन्नी ज्यादा एक्सटेंट है, किन्ना कोई पैरामैग्नेटिक सबस्टांस जो मैग्नेटाइज हो सकता, जिहदी वैल्यू ज्यादा आऊगी इहदा मतलब पैरामैग्नेटिक सबस्टांस उन्ना ही ज्यादा की हो सकता मैग्नेटाइज हो सकता किसी गिवन मैग्नेटिक फील्ड लई। ठीक है। तो उस तो ये भी अगे आया कि साडे कोल जिहड़ी आ मैग्नेटिक सस्कैप्टिबिलिटी आ उत्ते एक होर देखने को मिले, इट इज़ फाउंड दैट मैग्नेटिक सस्कैप्टिबिलिटी है किसी भी पैरामैग्नेटिक सबस्टांस की वो इनवर्सली वेरी करती है विद द एब्सोल्यूट टैंपरेचर T। ठीक है। दिस इज अ टेम्परेचर T यानी एक्स इनवर्सली प्रोपोर्शनल टू टेम्परेचर T एंड एक्स इस प्रोपोर्शनलिटी के बराबर ते कांस्टेंट आया। ये कांस्टेंट की आ C इज कॉल्ड कांस्टेंट ऑफ प्रोपोर्शनलिटी। ठीक है। नेक्स्ट कर दे, एक मिनट वेट करो। ਇਹਦੇ ਵਿੱਚ एक गल होर देखो कि ਜਿਹੜੀ ਸਾਡੇ ਕੋਲ मैग्नेटिक सस्कैप्टिबिलिटी आ यानी कि वो इनक्रीज करेगी जो टैंपरेचर डिक्रीज करेगा इनवर्सली है ना, मतलब मैग्नेटिक सस्कैप्टिबिलिटी विल इनक्रीज इफ द टैंपरेचर इज डिक्रीज। ठीक है। सो असी जिहड़ा ये मैग्नीट्यूड ऑफ मैग्नेटोक्लोरिक इफैक्ट आ मतलब कि असी कह सकते हैं जिहड़ा मैग्नेटिक जिहड़ा आपां इफैक्ट ये वाला कीता मैग्नेटोक्लोरिक इफैक्ट ਇਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ कि ਇਹ ਇਨਕਰੀਜ਼ ਕਰੇਗਾ लो ਟੈਂਪਰੇਚਰ ਤੇ। ਕਿਉਂ? ਕਿਉਂਕਿ ਜੋ ਟੈਂਪਰੇਚਰ लो ਕਰਦੇ ਆ ਮੈਗਨੈਟਿਕ ਸਸੈਪਟੇਬਿਲਿਟੀ ਕਰਦੀ ਆ ਵੱਧਦੀ ਆ। ਕਲੀਅਰ। ਸੋ ਜਦੋਂ ਕਿਸੇ ਪੈਰਾਮੈਗਨੈਟਿਕ ਸਬਸਟੈਂਸ ਨੂੰ ਤੁਸੀਂ ਰੱਖੋਗੇ लो ਟੈਂਪਰੇਚਰ ਤੇ, ਠੀਕ ਹੈ, ਤੇ ਐਡੀਆਬੈਟਿਕਲੀ ਉਹ ਕੀ ਕਰਨਗੇ ਡੀਮੈਗਨੇਟਾਈਜ਼ ਕਰਨਗੇ ਤੇ ਲਾਰਜ ਕੂਲਿੰਗ ਇਫੈਕਟ ਆਏਗਾ। ठीक है। जिन्ना आप बहुत सारे मतलब कि जिन्ना चाहिए उन्ना घट लो टैंपरेचर जिहड़ा आ लो टैंपरेचर वाली मतलब फिनोमिनास जिहड़े आ वो करवा सकते हैं। क्लीयर। क्योंकि मैग्नेटिक सस्कैप्टिबिलिटी इनवर्सली प्रोपोर्शनल टू टैंपरेचर आ, टैंपरेचर घटावांगे तो मैग्नेटिक सस्कैप्टिबिलिटी वधेगी यानी कि मैग्नेटोक्लोरिक इफैक्ट जिहड़ा आ उत्थों सानू की हुंदा भी कि सानू उन्ना ज़्यादा इफैक्ट मिलेगा जिन्ना टैंपरेचर की होएगा लो। सो इसीलिए गल जिहड़ी इत्थे आई सी कि जिहड़े कूलिंग जिन्ना आपां टैंपरेचर घट करांगे, ठीक है, ओबीअसली मतलब कि एडियाबैटिकली डीमैग्नेटाइजेशन होगी तो उन्हें कूलिंग इफैक्ट देना है। ठीक है। सो इन्नी गल तुहानू समझ आई सब तो पहला तो ये बारे, क्योंकि आह वाला तो बहुत ज़्यादा इंपॉर्टेंट है तुहानू दस्सिया। ठीक है। मैग्नेटिक सस्कैप्टिबिलिटी की है, टैंपरेचर का की रिलेशन आ, कूलिंग होने की करना पैना, मैग्नेटिक सस्कैप्टिबिलिटी बढ़ाने सानू की करना पैना। ठीक है। नैक्सट है जो असी करना ही वाला एक्स इज इक्वल टू C अपॉन T जो सानू दिता है। ਇਹਦੇ ਵਿੱਚ ਵੀ ਇੱਕ ਪੁਆਇੰਟ ਇੱਥੋਂ ਤੁਸੀਂ ਨੋਟ ਕਰ ਲਓ, ਜਿੱਦਾਂ ਆਪਾਂ ਕੀਤਾ ਨਾ x इज इक्वल टू 1 अपॉन T, ठीक है, इनवर्सली फिर C अपॉन T आ गया। ਉੱਥੇ ਸਾਨੂੰ ਇਹ ਪਤਾ ਲੱਗ ਗਿਆ ਕਿ ਮੈਗਨੈਟਿਕ ਸਸੈਪਟੇਬਿਲਿਟੀ ਇਨਕਰੀਜ਼ ਕਰੇਗੀ ਜੋ ਟੈਂਪਰੇਚਰ ਕੀ ਕਰੇਗਾ ਡਿਕਰੀਜ਼। ਸੋ ਅਸੀਂ ਕਹਿ ਸਕਦੇ ਹਾਂ ਮੈਗਨੀਟਿਊਡ ਆਫ ਜਿਹੜਾ ਮੈਗਨੈਟੋਕਲੋਰਿਕ ਇਫੈਕਟ ਆ ਉਹ ਇਨਕਰੀਜ਼ ਕਰੇਗਾ ਜਦੋਂ ਲੋ ਟੈਂਪਰੇਚਰ ਹੋਏਗਾ, ਕਿਉਂਕਿ ਉੱਤੇ ਮੈਗਨੈਟਿਕ ਸਸੈਪਟੇਬਿਲਿਟੀ ਕਰ ਜਾਣੀ ਆ ਵੱਧ ਜਾਣੀ ਆ। ਸੋ ਪੈਰਾਮੈਗਨੈਟਿਕ ਸਬਸਟੈਂਸ ਜਿਹੜੇ ਆ, ਠੀਕ ਹੈ, ਐਟ ਵੈਰੀ लो ਟੈਂਪਰੇਚਰ इज एडियाबैटिकली की ਹੁੰਦੇ ਆ ਡੀਮੈਗਨੇਟਾਈਜ਼ ਹੁੰਦੇ ਆ ਤੇ ਬਹੁਤ ਸਾਰਾ ਉੱਥੇ ਕੀ ਹੋ ਜਾਂਦਾ ਕੂਲਿੰਗ ਇਫੈਕਟ ਜਿਹੜਾ ਅਕਰ ਹੁੰਦਾ ਤੇ ਅਸੀਂ ਉਹ ਫਿਨੋਮੀਨਸ ਦੇ ਵਿੱਚ ਇਹਨੂੰ ਯੂਟਿਲਾਈਜ਼ ਕਰ ਸਕਦੇ ਜਿੱਥੇ ਆਪਾਂ ਪ੍ਰੋਡਿਊਸ ਕਰਨਾ ਹੋਵੇ ਬਹੁਤ ਲੋ ਟੈਂਪਰੇਚਰ। ਨੈਕਸਟ ਇਹਦੇ ਮੈਥਡ ਬਾਰੇ ਜਿਹੜਾ ਆ ਮੇਨ ਕੀ ਦੇਖਣਾ ਉਹ ਦੇਖ ਲਓ। अगेन ਇਹਦੀ डिस्कशन ਚੱਲੇਗੀ ਹੁਣ ਜ਼ਿਆਦਾ x is equals to C upon T, this is called Curie's law, ਇਹਨੂੰ Curie law ਵੀ ਕਹਿੰਦੇ ਜਿਹੜਾ ਹੁਣੀ ਆਪਾਂ ਕਰਕੇ ਆਏ। x ਇਹਨੂੰ ਕਾਈ ਬੋਲੋ, ਕਾਈ is equals to C upon T यानी magnetic susceptibility is equal to C is proportionality constant upon T is the temperature। ठीक है। यानी कि at low temperature ਜਿਹੜੀ मैग्नेटिक susceptibility की होगी लार्ज होगी and the paramagnetic substance is strongly magnetized and its adiabatic demagnetization remain in sufficient
ਡਿਕਰੀਜ਼ ਇਨ ਟੈਂਪਰੇਚਰ। ਠੀਕ ਹੈ, ਸੋ ਉਹਨੇ ਮਤਲਬ ਗੱਲ ਕੀ ਕੀਤੀ ਹੈ ਕਿ ਉਹਨੇ ਇਹ ਗੱਲ ਕੀਤੀ ਕਿ ਜੇ ਇਹਦੀ ਮੈਂ ਵੈਲਿਊ ਜਿਹੜੀ ਆ ਟੈਂਪਰੇਚਰ ਦੀ ਵੈਲਿਊ ਲੋ ਰੱਖਾਂਗੀ ਤੇ ਮੈਗਨੈਟਿਕ ਸਸੈਪਟੇਬਿਲਿਟੀ ਜਿਹੜੀ ਕੀ ਹੋਏਗੀ ਉਹ ਜ਼ਿਆਦਾ ਹੋਏਗੀ, ਤੇ ਜਿਹੜੇ ਪੈਰਾਮੈਗਨੈਟਿਕ ਸਬਸਟੈਂਸ ਹੈਗੇ ਆ ਉਹ ਸਟਰੋਂਗਲੀ ਜਿਹੜੇ ਆ ਮੈਗਨੇਟਾਈਜ਼ ਹੋਣਗੇ, ਤੇ ਉਹਦੀ ਜਦੋਂ ਐਡੀਆਬੈਟਿਕਲੀ ਡੀਮੈਗਨੇਟਾਈਜੇਸ਼ਨ ਕਰਾਂਗੀ ਤੇ ਉਹ ਨਾਲ ਕੀ ਹੋਏਗਾ, ਡਿਕਰੀਜ਼ ਇਨ ਟੈਂਪਰੇਚਰ ਹੋ ਜਾਏਗਾ। ਕਲੀਅਰ। ਸੋ ਇੱਕ ਇੱਕ ਫਾਰਮੂਲਾ ਦੇਖ ਲੈਣਾ ਚ ਰਿਲੇਸ਼ਨ ਕੀ ਹੁਣ ਆਬਵੀਅਸਲੀ ਇਨਵਰਸਲੀ ਪ੍ਰੋਪੋਰਸ਼ਨਲ ਆ, chi1 ਇਕੁਅਲ ਟੂ ਇੱਧਰ ਇਨਵਰਸਲੀ T1 ਹੋਏਗਾ, chi2 ਇਨਵਰਸਲੀ ਪ੍ਰੋਪੋਰਸ਼ਨਲ T2। ਦਿਸ ਇਜ਼ ਅ ਮੈਗਨੈਟਿਕ ਸਸੈਪਟੇਬਿਲਿਟੀ, ਦੋ ਅਲੱਗ-ਅਲੱਗ ਸਬਸਟੈਂਸ ਦੀ, ਯਾਨੀ ਕੰਪੇਅਰ ਕਰਨ ਚ ਵੀ ਆਪਾਂ ਇਹਨੂੰ ਇਦਾਂ ਯੂਜ਼ ਕਰ ਸਕਦੇ ਹਾਂ। ਠੀਕ ਹੈ, ਇਹਨੂੰ ਆਪਾਂ C1 C2 ਪਤਾ ਹੀ ਹੈ ਤੁਹਾਨੂੰ, ਕਿਊਰੀ ਟੈਂਪਰੇਚਰ ਹੈਗੇ ਨੇ। ਠੀਕ ਹੈ, ਜਾਂ ਫਿਰ ਆਪਾਂ ਮੈਗਨੈਟਿਕ ਟੈਂਪਰੇਚਰ ਵੀ ਕਹਿੰਦੇ ਹਾਂ। ਕਲੀਅਰ। ਨੈਕਸਟ ਦੇਖੋ ਇਹਦੀ ਇਕੁਏਸ਼ਨ, ਇੱਕ ਯਾਦ ਰੱਖਣੀ ਹੈ ਤੁਸੀਂ, ਇਹ ਸਾਡੇ ਕੋਲ ਅਬਜ਼ਰਵ ਹੋਈ ਇਹਦੇ ਜਿਹੜਾ ਆਪਾਂ ਪੂਰਾ ਡਰਾਈਵ ਕੀਤਾ, ਡੈਲਟਾ T ਇਜ਼ ਇਕੁਅਲ ਟੂ T ਅਪੋਨ CH curly p m upon curly t and here बार h डेल्टा नाल की आएगा डेल्टा h। मैं h की इत्थे मैगनैटिक फील्ड, h साडे कोल की हैगा आ मैगनैटिक फील्ड हैगा किसी भी जिहड़े पैरामैगनैटिक सबसटेंस नूं आपां दित्ता। ऑन हीटिंग ऑल पैरामैगनैटिक सबसटेंस टेंड टू डीमैग्नेटाइज, जदों आपां ज़्यादा हीटिंग करांगे, ठीक है, ऑल पैरामैगनैटिक सबसटेंस tends to get demagnetized, that is pm decreases with increase, ठीक है, इन टी, यानी कि ਜਿਹੜਾ ਕੀ ਹੋਏਗਾ ਉਹਨੇ ਇਹੀ ਦੱਸਿਆ ਕਿ ਜਿਹੜਾ PM ਆ ਉਹ ਡਿਕਰੀਜ਼ ਕਰ ਜਾਏਗਾ, ਯਾਨੀ ਇਹ ਵਾਲੀ ਵੈਲਿਊ ਡਿਕਰੀਜ਼ ਕਰ ਜਾਏਗੀ ਵਿਦ ਇਨਕਰੀਜ਼ ਇਨ ਟੀ। ਟੈਂਪਰੇਚਰ ਦੇ ਵਧਣ ਦੇ ਨਾਲ PM ਕੀ ਕਰ ਜਾਏਗਾ, ਡਿਕਰੀਜ਼ ਕਰ ਜਾਏਗਾ। ਮੇਨ ਤੁਸੀਂ ਇਕੁਏਸ਼ਨ ਯਾਦ ਰੱਖਣੀ ਆ ਵਾਲੀ, ਠੀਕ ਹੈ, ਪੁੱਛੀ ਜਾ ਸਕਦੀ ਹੈ ਕਿ ਕਿਹੜੇ ਲਾਅ ਤੋਂ ਸਾਨੂੰ ਅੱਗੇ ਮਿਲੀ, ਕਿਊਰੀ ਲਾਅਜ਼ ਨੂੰ ਅੱਗੇ ਜਦੋਂ ਆਪਾਂ ਇਹ ਐਕਚੁਅਲੀ ਥਿਊਰੀ ਜਦੋਂ ਆਪਾਂ ਕਰਦੇ ਆ ਨਾ ਇਹਦੀ ਥਰਮੋ ਮੈਗਨੈਟਿਕ ਇਫੈਕਟ ਦੀ, ਉਹਦੇ ਤੋਂ ਇਹ ਰਿਜ਼ਲਟ ਨਿਕਲਦਾ ਹੈਗਾ। ਠੀਕ ਹੈ, ਨੈਕਸਟ ਇਹਦੇ ਵਿੱਚ ਇੱਕ ਹੋਰ ਇਕੁਏਸ਼ਨ ਦੇਖਣੀ ਆ ਤੁਸੀਂ, ਉਹ ਹੈਗੀ ਸਾਡੇ ਕੋਲ ਦਿਸ ਵਨ। ਜਿਹੜੀਆਂ ਇਕੁਏਸ਼ਨਸ ਬਸ ਦੋ ਹੀ ਯਾਦ ਰੱਖਣੀਆਂ, TF ਸਕੁਅਰ ਇਜ਼ ਇਕੁਅਲਸ ਟੂ ਫਾਈਨਲ ਜਿਹੜਾ ਟੈਂਪਰੇਚਰ ਹੈ ਤੇ ਇਨੀਸ਼ੀਅਲ ਦਾ ਸਕੁਅਰ ਮਾਈਨਸ AH ਸਕੁਅਰ, H ਤੁਹਾਡੇ ਕੋਲ ਮੈਗਨੈਟਿਕ ਫੀਲਡ ਹੈ, ਅਪੋਨ CH। ਠੀਕ ਹੈ, ਜਿਹੜੀ C ਦੀ ਵੈਲਿਊ ਆਉਂਦੀ ਉਹਦੇ ਤੇ। ਠੀਕ ਹੈ, ਕਿਊਰੀ ਕਾਂਸਟੈਂਟ ਆਪਾਂ ਕੱਢਦੇ ਆ ਨਾ। ਨੈਕਸਟ ਕੀ ਆ, ਦਿਸ ਦਾ ਐਕਸਪ੍ਰੈਸ਼ਨ ਗਿਵਸ ਦਾ ਚੇਂਜ ਇਨ ਟੈਂਪਰੇਚਰ ਡਿਊਰਿੰਗ ਦਾ ਐਡੀਆਬੈਟਿਕ ਡੀਮੈਗਨੇਟਾਈਜੇਸ਼ਨ। ਜਦੋਂ ਐਡੀਆਬੈਟਿਕਲੀ ਡੀਮੈਗਨੇਟਾਈਜੇਸ਼ਨ ਹੁੰਦੀ ਉਹਦਾ ਰਿਜ਼ਲਟ ਕੀ ਆ, ਉਹ ਇਹ ਨਿਕਲਦਾ ਹੈ ਸਾਡੇ ਕੋਲ। ਠੀਕ ਹੈ, ਡਾਇਰੈਕਟ ਪੇਪਰ ਚ ਪੁੱਛਿਆ ਜਾ ਸਕਦਾ ਵਿਚ ਆਫ ਦਾ ਫੋਲੋਇੰਗ ਇਕੁਏਸ਼ਨ ਰਿਪਰੈਜ਼ੈਂਟ ਦਾ ਐਡੀਆਬੈਟਿਕ ਡੀਮੈਗਨੇਟਾਈਜੇਸ਼ਨ ਆਫ ਦਾ ਸਬਸਟੈਂਸ, ਕਿਸੇ, ਠੀਕ ਹੈ, ਸਬਸਟੈਂਸ ਦੀ। ਫਰੋਮ ਦਿਸ ਐਕਸਪ੍ਰੈਸ਼ਨ ਵੀ ਫਾਈਂਡ ਦੈਟ, ਸਾਨੂੰ ਕੀ ਪਤਾ ਲੱਗਦਾ ਕਿ ਜਿਹੜਾ TF ਆ ਉਹ ਲੈਸ ਦੈਨ TI ਹੈ, ਦੈਟ ਇਜ਼ ਮਤਲਬ ਕਿ ਫਾਈਨਲ ਟੈਂਪਰੇਚਰ ਦੇਖੋ TI ਚੋਂ ਕੁਝ ਮਾਈਨਸ ਕਰੋਗੇ TF ਹੋਰ ਛੋਟਾ ਹੀ ਆਏਗਾ, TI ਚੋਂ ਕੋਈ ਵੀ ਵੈਲਿਊ ਲੈ ਲਓ, ਚ ਕੁਝ ਮਾਈਨਸ ਕਰਕੇ ਇਹਦਾ ਆਂਸਰ ਛੋਟਾ ਆਏਗਾ, ਨਹੀਂ TF ਲੈਸ ਦੈਨ ਕੀ ਆ, ਮਤਲਬ ਫਾਈਨਲ ਟੈਂਪਰੇਚਰ ਇਨੀਸ਼ੀਅਲ ਨਾਲੋਂ ਕੀ ਆ, ਘੱਟ ਆ। ਦੈਟ ਮੀਨਸ ਇੱਥੋਂ ਹੁਣ ਪਤਾ ਲੱਗ ਗਿਆ ਕਿ ਟੈਂਪਰੇਚਰ ਘਟ ਗਿਆ, ਮਤਲਬ ਜਿਹੜੇ ਪੈਰਾਮੈਗਨੈਟਿਕ ਸਬਸਟੈਂਸ ਉਹ ਕਿਉਂਕਿ ਕੂਲ ਹੋ ਗਏ ਡਿਊਰਿੰਗ ਦਾ ਪ੍ਰੋਸੈਸ ਆਫ ਡੀਮੈਗਨੇਟਾਈਜੇਸ਼ਨ, ਕਿਉਂਕਿ ਡੀਮੈਗਨੇਟਾਈਜ਼ ਦੀ ਇਕੁਏਸ਼ਨ ਸੀਗੀ, ਡੀਮੈਗਨੇਟਾਈਜ਼ ਤੋਂ ਹੁਣ ਪਤਾ ਲੱਗ ਗਿਆ ਕਿਉਂਕਿ ਫਾਈਨਲ ਟੈਂਪਰੇਚਰ ਘਟ ਗਿਆ, ਦੈਟ ਮੀਨਸ ਉੱਥੇ ਪੈਰਾਮੈਗਨੈਟਿਕ ਸਬਸਟੈਂਸ ਦੀ ਕੀ ਹੋ ਗਈ, ਕੂਲਿੰਗ ਹੋ ਗਈ। ਠੀਕ ਹੈ, ਇਹ ਇਕੁਏਸ਼ਨ ਯਾਦ ਰੱਖਣੀ। ਬਸ ਇੰਨਾ ਹੈਗਾ ਇਸ ਇਫੈਕਟ ਦੇ ਵਿੱਚ, ਇੰਨਾ ਹੀ ਇੰਪੋਰਟੈਂਟ ਹੈਗਾ, ਇਹਨੂੰ ਚੰਗੀ ਤਰ੍ਹਾਂ ਕਰ ਲਿਓ, ਥਿਊਰੀ ਚੰਗੀ ਤਰ੍ਹਾਂ ਕਰ ਲਿਓ, ਕਿਊਰੀਜ਼ ਲਾਅ ਤੇ ਇਹਦੀਆਂ ਜੋ ਮੈਂ ਤੁਹਾਨੂੰ ਦੋ ਇਕੁਏਸ਼ਨ ਦੱਸੀਆਂ ਬਸ ਉਹ ਯਾਦ ਰੱਖ ਲਿਓ। ਠੀਕ ਹੈ, ਸੋ ਥੈਂਕਸ ਫॉर ਵਾਚਿੰਗ ਦ ਵੀਡੀਓ।